अस्सलाम वालेकुम जी, सब ਦਾ ਵਾਮ ਵੈਲਕਮ ਮੇਰੇ ਚੈਨਲ ਤੇ। ਇੱਕ ਸਵਾਲ ਆਇਆ ਸੀ ਕਿ ਸਪੇਨ ਦੇ ਵਿੱਚ ਅਸੀਂ ਹੁਣ ਬਾਰਸਲੋਨਾ 'ਚ ਰਹਿੰਦੇ ਹਾਂ ਤੇ ਬਾਰਸਲੋਨਾ ਦੇ ਸਕੂਲ ਦੇ ਬਾਰੇ ਡਿਟੇਲ ਵੀਡੀਓ ਬਣਾਓ, ਸਾਨੂੰ ਦੱਸੋ ਕਿ ਸਕੂਲ ਦੀ ਫੀਸ ਕਿਤਨੀ ਹੈ, ਸਟੱਡੀ ਦਾ ਕੀ ਲੈਵਲ ਹੈ, ਯਾਨੀ ਕਿ ਇਨ ਡਿਟੇਲ ਵੀਡੀਓ ਬਣਾ ਦਿਓ ਹੈ। ਸ਼ੁਰੂ ਕਰਨੇ ਆ ਬਾਰਸਲੋਨਾ ਦੇ ਵਿੱਚ ਜਾਂ ਬਾਰਸਲੋਨਾ ਮੈਟਰੋਪੋਲੀਟਨ ਏਰੀਆ ਜਾਂ ਕਤਾਲੂਨੀਆ ਨਾ, ਅਸੀਂ ਸੂਬੇ ਕਤਾਲੂਨੀਆ ਸਪੇਨ 'ਚ ਰਹਿੰਦੇ ਹਾਂ ਜਿਸ ਦਾ ਕੈਪੀਟਲ ਬਾਰਸਲੋਨਾ ਹੈ। ਬਾਰਸਲੋਨਾ 'ਚ ਸਭ ਤੋਂ ਪਹਿਲਾਂ ਮੈਂ ਨਾਲ ਹਰ ਚੀਜ਼ ਦਾ ਬੈਨੀਫਿਟ ਔਰ ਦੁਸ਼ਮਣਤਾ ਵੀ ਦੱਸਾਂਗਾ ਕਿ ਇਸਦਾ ਮਤਲਬ ਵੀਕ ਪੁਆਇੰਟ ਕੀ ਔਰ ਅੱਛਾ ਪੁਆਇੰਟ ਕੀ ਹੈ। ਪਹਿਲੀ ਚੀਜ਼ ਤੇ ਆ ਜਾਈਏ ਲੈਂਗੁਏਜ ਦੇ ਉੱਤੇ। ਸਪੇਨ ਦੇ ਵਿੱਚ ਬਾਰਸਲੋਨਾ ਕਤਾਲੂਨੀਆ ਦੇ ਏਰੀਏ 'ਚ ਇਹ ਲੋਕ ਪ੍ਰੈਫਰ ਕਰਦੇ ਨੇ ਆਪਣੀ ਜ਼ੁਬਾਨ ਕਤਾਲਾਨ ਨੂੰ ਔਰ ਸਪੈਨਿਸ਼ ਨੂੰ ਸੈਕੰਡ ਲੈਂਗੁਏਜ ਦੀ ਹਸੀਅਤ ਦਿੰਦੇ ਨੇ। ਠੀਕ ਹੋ ਗਿਆ। ਇਸੇ ਗੱਲੇ ਸਕੂਲ ਵਿੱਚ ਵੀ ਬੱਚਿਆਂ ਨੂੰ ਜ਼ਿਆਦਾ ਕਤਾਲਾਨ ਪੜ੍ਹਾਈ ਜਾਂਦੀ ਹੈ। ਕਮਿਊਨੀਕੇਸ਼ਨ ਵਾਸਤੇ ਵਾਲਦੈਨ ਨਾਲ ਵੀ ਕਤਾਲਾਨ 'ਚ ਕਮਿਊਨੀਕੇਟ ਕੀਤਾ ਜਾਂਦਾ ਹੈ ਔਰ ਹਰ ਲੈਵਲ 'ਤੇ ਕਤਾਲਾਨ ਹੀ ਸਿਖਾਈ ਜਾਂਦੀ ਹੈ ਔਰ ਪ੍ਰੈਫਰ ਵੀ ਕਤਾਲਾਨ ਹੀ ਕੀਤੀ ਜਾਂਦੀ ਹੈ। ਬਾਕੀ ਸਪੇਨ ਦੇ ਏਰੀਆ 'ਚ ਸਪੈਨਿਸ਼ ਬੋਲੀ ਜਾਂਦੀ ਹੈ। ਇਹਦਾ ਇੱਕ ਤਾਂ ਫਾਇਦਾ ਇਹ ਹੁੰਦਾ ਹੈ ਕਿ ਬੱਚੇ ਦੋ ਜ਼ਬਾਨਾਂ ਸਿੱਖ ਜਾਂਦੇ ਨੇ ਹੈ ਔਰ ਕੱਲ੍ਹ ਨੂੰ ਅਗਰ ਕਤਾਲੂਨੀਆ ਦੇ ਵਿੱਚ ਉਹਨਾਂ ਕਿਸੇ ਵੀ ਸਾਈਡ 'ਤੇ ਅੱਗੇ ਜਾਣਾ ਹੈ ਅਤੇ ਉਹਨਾਂ ਨੂੰ ਇਸ ਦਾ ਬੜਾ ਫਾਇਦਾ ਹੁੰਦਾ ਕਿਉਂਕਿ ਇਹ ਲੋਕ ਸਾਡੇ ਹਨ ਨਹੀਂ ਹਨ ਕਿ ਜਿਨ੍ਹਾਂ ਨੂੰ ਆਪਣੀ ਅਸੀਂ ਹੁਣ ਪੰਜਾਬ ਤੋਂ ਪੰਜਾਬੀ ਜ਼ੁਬਾਨ ਤੋਂ ਨਫ਼ਰਤ ਹੈ। ਸਾਡੀਆਂ ਮਾਵਾਂ ਪੰਜਾਬੀ ਸਿਖਾਉਣਾ ਹੀ ਨਹੀਂ ਬੱਚਿਆਂ ਨੂੰ ਚਾਹੁੰਦੀਆਂ ਹਨ। ਸਾਡੇ ਬੱਚੇ ਜਿਹੜੇ ਨੇ ਅਮੂਮਨ ਇੱਥੇ ਤੁਸੀਂ ਦੇਖੋਗੇ ਤੇ ਸਾਡੀਆਂ ਪਾਕਿਸਤਾਨ ਦੀਆਂ ਬੀਬੀਆਂ ਆਪਸ 'ਚ ਉਰਦੂ 'ਚ ਲੱਗੀਆਂ ਹੋਣਗੀਆਂ, ਕੋਈ ਇੰਡੀਅਨ ਮਿਲੇਗੀ ਤਾਂ ਉਸ ਨਾਲ ਪੰਜਾਬੀ 'ਚ ਗੱਲ ਕਰਨੀ ਸ਼ੁਰੂ ਕਰ ਦੇਣਗੀਆਂ, ਯਾਨੀ ਕਿ ਆਪਣੀ ਜ਼ੁਬਾਨ ਤੋਂ ਅਸੀਂ ਫਖਰ ਹੀ ਨਹੀਂ ਸਾਨੂੰ ਹੈ। ਅਤੇ ਮੇਰਾ ਵੀ ਬੇਸਿਕਲੀ ਇਹ ਕਤਾਲੂਨੀਆ ਵਾਲਿਆਂ ਨੂੰ ਦੇਖ ਕੇ ਹੀ ਪੰਜਾਬੀ ਦੇ ਉੱਤੇ ਵੀਡੀਓ ਬਣਾਉਣ ਦਾ ਮੈਨੂੰ ਸ਼ੌਕ ਪੈਦਾ ਹੋਇਆ ਸੀ ਹੈ ਕਿ ਆਪਣੀ ਜ਼ੁਬਾਨ 'ਤੇ ਅਸੀਂ ਕਿਉਂ ਨਾ ਫਖਰ ਕਰੀਏ ਹੈ। ਅਤੇ ਉਹ ਫਿਰ ਇਹਨਾਂ ਨੂੰ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ਕਤਾਲੂਨੀਆ 'ਚ ਪੜ੍ਹੇ ਹੁੰਦੇ ਨੇ ਕਤਾਲਾਨ ਨੂੰ ਹਾਈ ਲੈਵਲ 'ਤੇ ਜਾਣਦੇ ਉਹਨਾਂ ਨੂੰ ਕੱਲ੍ਹ ਨੂੰ ਜਾਬਾਂ 'ਚ ਬਹੁਤ ਫਾਇਦਾ ਹੁੰਦਾ। ਡਿਸਐਡਵਾਂਟੇਜ ਇਸ ਦਾ ਹੈ ਕਿ ਸ਼ੁਰੂ 'ਚ ਬੱਚਿਆਂ ਵਾਸਤੇ ਦੋ ਜ਼ਬਾਨਾਂ ਮੁਸ਼ਕਿਲ ਹੋ ਜਾਂਦੀਆਂ ਨੇ। ਮੇਰੇ ਬੱਚਿਆਂ ਨੂੰ ਵੀ ਬਹੁਤ ਟਾਈਮ ਲੱਗਾ ਸੀ, ਉਹ ਸਿਸਟਮ 'ਚ ਐਡਜਸਟ ਵੀ ਨਹੀਂ ਹੋ ਸਕੇ ਸੀ। ਫਿਰ ਮੈਂ ਵੀ ਕਦੇ ਪਾਕਿਸਤਾਨ ਦੇ ਸਕੂਲ ਕਦੇ ਇੱਥੇ ਸਕੂਲ ਦੇ ਵਿੱਚ ਹੀ ਬੱਚਿਆਂ ਨੂੰ ਧੱਕੇ ਖਵਾਉਂਦਾ ਰਿਹਾ ਸੀ। ਇਹ ਤਾਂ ਪਹਿਲੀ ਚੀਜ਼ ਹੋ ਗਈ ਬਾਰਸਲੋਨਾ ਦੇ ਵਿੱਚ। ਦੂਸਰੀ ਚੀਜ਼ ਹੋ ਗਈ ਕਿ ਸਕੂਲ ਤੁਸੀਂ ਇੱਥੇ ਸਕੂਲ ਨੂੰ ਏਜ ਦੇ ਹਿਸਾਬ 'ਤੇ ਹਰ ਬੱਚੇ ਦੀ ਏਜ ਦੇ ਹਿਸਾਬ 'ਤੇ ਉਸਨੂੰ ਕਲਾਸ 'ਚ ਬਿਠਾਇਆ ਜਾਂਦਾ ਹੈ। ਉਸ ਦੇ ਵਿੱਚ ਅਗਰ ਤੁਸੀਂ ਬਾਰਸਲੋਨਾ ਸ਼ਹਿਰ 'ਚ ਜਾਓਗੇ, ਤੁਸੀਂ ਕਿਤੇ ਦਾਖਲਾ ਆਪਣੇ ਬੱਚੇ ਦਾ ਸਕੂਲ 'ਚ ਲੈਣਾ ਤਾਂ ਤੁਸੀਂ ਮੇਨ ਇਹਨਾਂ ਦਾ ਇੱਕ ਦਫ਼ਤਰ ਹੈ ਉੱਥੇ ਕੰਸੋਰਸ਼ੀਅਮ ਪਲੱਸ ਆਊਟ ਕੀ ਨਾਮ ਉਹਨੂੰ ਉੱਥੇ ਜਾ ਕੇ ਐਪਲੀਕੇਸ਼ਨ ਦੇਵੋਗੇ, ਸਾਰੇ ਡਾਕੂਮੈਂਟਸ ਨਾਲ ਲੈ ਕੇ ਜਾਓਗੇ, ਵਾਲਦ ਜਾਂ ਵਾਲਦਾ ਜਾਣਗੇ ਅਤੇ ਉਹ ਫਿਰ ਉਹ ਮੁਤਲਕਾ ਤੁਹਾਡੇ ਇਲਾਕੇ ਦਾ ਜਿਹੜਾ ਕਰੀਬ ਤਰੀਨ ਸਕੂਲ ਹੋਵੇਗਾ ਜਿੱਥੇ ਜਗ੍ਹਾ ਹੋਵੇਗੀ ਤੁਹਾਨੂੰ ਉਹ ਰੈਫਰ ਕਰ ਦਿੱਤਾ ਜਾਏਗਾ। ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਤੀਸਰੀ ਚੀਜ਼ ਜਿਹੜੀ ਹੈ ਵੇ ਕਿ ਇੱਥੇ ਇੱਕ ਸਪੈਨਿਸ਼ ਜ਼ਬਾਨ ਵੀ ਸਿਖਾਈ ਜਾਂਦੀ ਹੈ, ਇੰਗਲਿਸ਼ ਜ਼ਬਾਨ ਵੀ ਸਿਖਾਈ ਜਾਂਦੀ, ਲੇਕਿਨ ਇਸ ਤੋਂ ਇਲਾਵਾ ਰੈਸਟ ਆਫ ਬੁੱਕਸ ਜਿਹੜੀਆਂ ਨੇ ਉਹ ਕਤਾਲਾਨ 'ਚ ਸਿਖਾਈਆਂ ਜਾਂਦੀਆਂ ਨੇ। ਠੀਕ ਹੋ ਗਿਆ ਜੀ। ਚੌਥੇ ਚੀਜ਼ ਲੈਵਲ 'ਤੇ ਇਹਨਾਂ ਦਾ ਅਤੇ ਪਾਕਿਸਤਾਨ ਦੀ ਐਜੂਕੇਸ਼ਨ ਦਾ ਫ਼ਰਕ ਹੈ ਕਿ ਪਾਕਿਸਤਾਨ ਦੇ ਵਿੱਚ ਸਿਵਾਏ ਸਿਰਫ ਔਰ ਸਿਰਫ ਯਾਨੀ ਕਿ ਪੜ੍ਹਨਾ ਹੀ ਸਿਖਾਇਆ ਜਾਂਦਾ, ਇਸ ਤੋਂ ਇਲਾਵਾ ਕਿਸੇ ਐਕਟੀਵਿਟੀ ਉੱਤੇ ਸਕੂਲਾਂ ਦਾ ਲੈਵਲ ਜਾਂ ਜ਼ੋਰ ਹੀ ਕੋਈ ਨਹੀਂ। ਉੱਥੇ ਡਿਸਐਡਵਾਂਟੇਜ ਹੁੰਦਾ ਕਿ ਛੋਟੀ ਛੋਟੀ ਬਿਲਡਿੰਗ ਮਕਾਨ 'ਚ ਪ੍ਰਾਈਵੇਟ ਸਕੂਲ ਵਗੈਰਾ ਬਣੇ ਨੇ ਔਰ ਉਹਦੇ ਉੱਤੇ ਫੋਕਸ ਕੀਤਾ ਜਾਂਦਾ ਹੈ। ਸਿਰਫ ਪੜ੍ਹਨਾ ਹੈ, ਫਲਾਣ ਚੀਜ਼ ਦੀ ਬੁੱਕ ਹੈ ਇਹਦੇ 'ਤੇ ਰੱਟਾ ਲਾ ਲਓ, ਫਿਰ ਇਸ ਚੀਜ਼ ਦੀ ਬੁੱਕ ਹੈ ਇਸ ਦੇ ਉੱਤੇ ਰੱਟਾ ਲਾ ਲਓ। ਬੱਚਿਆਂ ਦੀ ਕੋਈ ਜ਼ਹਿਨੀ ਨਸ਼ੋਨੁਮਾ ਹੋਣੀ ਹੁੰਦੀ ਹੈ। ਇਹਨਾਂ ਦਾ ਇਸ ਲਿਹਾਜ਼ ਨਾਲ ਥੋੜ੍ਹਾ ਡਿਫਰੈਂਟ ਸਿਸਟਮ ਹੈ ਕਿ ਇੱਥੇ ਸੋਸ਼ਲ ਐਕਟੀਵਿਟੀ 'ਤੇ ਵੀ ਜ਼ੋਰ ਦਿੱਤਾ ਜਾਏਗਾ ਬਕਾਇਦਾ। ਹੁਣ ਅਗਲੇ ਦਿਨ ਮੈਂ ਸਕੂਲ ਗਿਆ ਸੀ, ਉਸ ਨਾਲ ਮੈਨੂੰ ਜਿਮ ਦਿਖਾਏ ਨੇ, ਥੀਏਟਰ ਦਿਖਾਇਆ ਸਕੂਲ ਦੇ ਵਿੱਚ। ਫਿਰ ਉਸਨੇ ਮੈਨੂੰ ਦੱਸਿਆ ਕਿ ਅਸੀਂ ਸਕੂਲ ਦੇ ਵਿੱਚ ਇੱਕ ਹਫ਼ਤੇ 'ਚ ਇੱਕ ਸਾਡੀ ਕਲਾਸ ਹੁੰਦੀ ਜਿਸ 'ਚ ਅਸੀਂ ਬੱਚਿਆਂ ਨੂੰ ਸਕੂਲ ਦੀ ਕੇਅਰ ਕਰਨਾ ਸਿਖਾਉਂਦੇ ਹਾਂ। ਉਹਦੇ 'ਚ ਸਕੂਲ ਦੇ ਵਿੱਚ ਘੁੰਮ ਕੇ ਸਾਰਾ ਉਹਨਾਂ ਨੂੰ ਪ੍ਰੈਕਟੀਕਲ ਕਰਨੇ ਆ ਕਿ ਬੂਟਿਆਂ ਦੀ ਕਿਸ ਤਰ੍ਹਾਂ ਹਿਫਾਜ਼ਤ ਕਰਨੀ, ਉਹਨਾਂ ਕੋਲ ਕਰਵਾਉਂਦੇ ਹਾਂ। ਸਫਾਈ ਸਕੂਲ ਦੀ ਜਿਹੜੀ ਮੇਨ ਸਫਾਈ ਦੇ ਲੋਕ ਉਹਨਾਂ ਬੰਦੇ ਰੱਖੇ ਨੇ ਨਾ, ਮੇਨ ਚੀਜ਼ਾਂ ਸਿਖਾਉਂਦੇ ਨੇ। ਫਿਰ ਨੇ ਮੈਨੂੰ ਦੱਸਿਆ ਕਿ ਸਾਡਾ ਇੱਕ ਟਾਪਿਕ ਸਾਡਾ ਹੈ ਵੇ ਸੋਸ਼ਲ ਲਾਈਫ ਦੇ ਉੱਤੇ ਹੈ ਕਿ ਇੱਕ ਬੱਚੇ को ਪੁੱਛਦੇ ਨੇ ਕਿ ਤੇਰੀ ਸੋਸ਼ਲ ਲਾਈਫ ਕਿਸ ਤਰ੍ਹਾਂ ਹੈ, ਤੂੰ ਕੀ ਕਰਨਾ ਘਰ ਦੇ ਵਿੱਚ, ਬਾਹਰ ਕੀ ਕਰਨਾ, ਕੀ ਖਾਣਾ, ਕੀ ਪੀਣਾ, ਨਿਊਜ਼ ਦੇ ਬਾਰੇ ਤੇਰਾ ਕੀ ਖਿਆਲ ਹੈ, ਜਾਂ ਤੇ ਚੈਨਲ ਕਿਹੜੇ ਦੇਖਣੇ ਹੈ, ਕਿਉਂ ਦੇਖਣਾ, ਕੀ ਵਜ੍ਹਾ ਹੈ। ਯਾਨੀ ਕਿ ਹਰ ਬੱਚੇ ਦੀ ਸੋਸ਼ਲ ਲਾਈਫ ਫਿਰ ਆਪਸ ਵਿੱਚ ਕਮਿਊਨੀਕੇਸ਼ਨ ਸਕਿੱਲ ਬਿਹਤਰ ਕੀਤੀਆਂ ਜਾਂਦੀਆਂ ਨੇ ਹੈ।
यानी कि इस लैवल ते काफ़ी तवज्जो दी जाती है। बाकी बच्चों को बुनियादी तौर पर मसला सिर्फ और सिर्फ ਜ਼ਬਾਨ ਦਾ ਹੀ ਹੁੰਦਾ ਹੈ। ਜਿਹੜੇ ਬੱਚੇ ਜ਼ਬਾਨ ਸਿੱਖ ਜਾਂਦੇ ਨੇ ਉਹਨਾਂ ਵਿੱਚ ਬਹੁਤ ਜਲਦੀ ਇੰਟੀਗ੍ਰੇਟ ਕਰ ਜਾਂਦੇ ਨੇ ਹੈ। ਇੱਥੇ ਜਿਹੜੀ ਟਾਈਮਿੰਗ ਹੈ ਸਕੂਲ ਦੀ, ਸੁਬਾਹ 9 ਵਜੇ ਬੱਚੇ ਛੱਡ ਕੇ ਆਈਦੇ ਨੇ, ਉਸ ਤੋਂ ਬਾਅਦ 4:30 ਬੱਚੇ ਸਕੂਲ ਤੋਂ ਆਊਟ ਹੁੰਦੇ ਨੇ। ਵਿੱਚ 12:30 ਤੁਸੀਂ ਬੱਚੇ ਨੂੰ ਘਰ ਲੈ ਕੇ ਆ ਸਕਦੇ ਹੋ ਖਾਣੇ ਵਾਸਤੇ, 3 ਵਜੇ ਵਾਪਸ ਛੱਡ ਕੇ ਆਉਣਾ ਹੁੰਦਾ ਹੈ। ਲੇਕਿਨ ਮੈਂ ਵੀ 4-5-6 ਸਾਲ ਤੋਂ ਇੰਜ ਹੀ ਕੀਤਾ ਹੈ, ਉਹਦਾ ਫਿਰ ਮਤਲਬ ਡਿਸਐਡਵਾਂਟੇਜ ਮੈਨੂੰ ਇਹ ਮਿਲਿਆ ਕਿ ਬੱਚੇ ਜ਼ਬਾਨ ਨਹੀਂ ਸਿੱਖਦੇ ਸੀ ਪਿਆ। ਹੁਣ ਇਸ ਸਾਲ ਮੈਂ ਪਾਕਿਸਤਾਨ ਦਾ ਧੱਕਾ ਵੀ ਥੋੜ੍ਹਾ ਲੱਗਾ, ਫਿਰ ਮੈਂ ਚੀਜ਼ਾਂ ਨੂੰ ਰੀਐਨਾਲਾਈਜ਼ ਕਰਕੇ ਫਿਰ ਇਹ ਫੈਸਲਾ ਕੀਤਾ ਕਿ ਨਹੀਂ, ਇਹਨਾਂ ਨੂੰ ਖਾਣਾ ਉੱਥੇ ਰਖਾਇਆ ਜਾਏ ਹੈ। ਉਹਦੀ ਅਗਰ ਤੁਹਾਡੇ ਅੱਛੀ ਸੈਲਰੀ ਨਹੀਂ ਹੈ ਤਾਂ ਤੁਹਾਨੂੰ ਗੌਰਮੈਂਟ ਉਸ ਦੀ ਮਤਲਬ ਹੈ ਕਿ ਹੈਲਪ ਕਰ ਦਿੰਦੀ ਹੈ। ਉਹਨਾਂ ਦਾ ਤਕਰੀਬਨ 140-150-130 ਯੂਰੋ ਬਣਦਾ, ਉਸਦਾ ਡਿਪੈਂਡ ਕਰਦਾ ਕਿੰਨੇ ਦਿਨ ਬੱਚੇ ਉੱਥੇ ਖਾਣਾ ਖਾਂਦੇ ਨੇ, ਮਤਲਬ ਹੈ ਕਿ ਕਿੰਨੀਆਂ ਵੀ ਛੁੱਟੀਆਂ ਹੁੰਦੀਆਂ ਨੇ। ਅਤੇ ਉਸ ਦੇ ਵਿੱਚ ਅਗਰ ਤੁਸੀਂ ਗੌਰਮੈਂਟ ਕੋਲੋਂ ਆਯੂ ਦਾ ਅਪਲਾਈ ਕਰਦੇ ਹੋ ਤਾਂ ਗੌਰਮੈਂਟ ਤੁਹਾਨੂੰ 50, 60, 70, 80% ਬਾਅਦ ਨੂੰ 100% ਵੀ ਆਯੂ ਦਾ ਕਰ ਦਿੰਦੀ ਹੈ। ਅਗਰ 80% ਵੀ ਕਰੇ ਤਾਂ ਫਿਰ ਵੀ 30-35 ਯੂਰੋ ਬਣਦੇ ਨੇ, ਕੋਈ ਇੰਨਾ ਫਰਕ ਨਹੀਂ। ਲੇਕਿਨ ਬੱਚੇ ਜ਼ਬਾਨ ਸਿੱਖਦੇ ਨੇ, ਬੱਚੇ ਬੜਾ ਕੁਝ ਸਿੱਖਦੇ ਨੇ। ਉਸ ਤੋਂ ਬਾਅਦ ਫੀਸਿਸ ਦੀ ਗੱਲ ਹੈ, ਟਾਪਿਕ ਬਹੁਤ ਲੰਮਾ, ਮੈਂ ਇਸ ਗੱਲ ਮੇਰਾ ਦਿਲ ਕਰ ਰਿਹਾ ਸੀ ਅੱਜ ਮੈਂ ਥੋੜੀ ਲੰਮੀ ਵੀਡੀਓ ਬਣਾਵਾਂ। ਇਸ ਤੋਂ ਬਾਅਦ ਫੀਸਿਸ ਜਿਹੜੀਆਂ ਨੇ ਇਹਨਾਂ ਦੀਆਂ, ਗੌਰਮੈਂਟ ਸਕੂਲ ਤਕਰੀਬਨ ਓਵਰਆਲ ਗੌਰਮੈਂਟ ਸਕੂਲ ਦੀ ਫੀਸ ਕੋਈ ਨਹੀਂ, ਇਹ ਪਬਲਿਕ ਸਕੂਲ ਫ੍ਰੀ ਆਫ ਕਾਸਟ ਹੁੰਦੇ ਨੇ। ਲੇਕਿਨ ਫੀਸਿਸ ਇਹਨਾਂ ਦੀ ਇਸ ਲੈਵਲ 'ਚ ਲੈਂਦੇ ਨੇ ਕਿ ਅੱਗੇ ਹੁੰਦਾ ਸੀ ਕਿ ਬੁੱਕਸ ਤੁਸੀਂ ਖੁਦ ਲੈ ਕੇ ਆਉਣੀਆਂ ਨਹੀਂ ਸੀ, ਬਾਹਰ 130-140 ਦੀ ਤੁਹਾਨੂੰ ਬੁੱਕਸ ਲੱਭਦੀ ਸੀ। ਲੇਕਿਨ ਇਸ ਦਫਾ ਇਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਹੈ। ਇਸ ਦਫਾ ਮੇਰਾ ਬੱਚਾ 5ਵੀਂ ਸੀ ਕਿੰਤੋ ਵਿੱਚ, ਅਤੇ ਉਸ ਦੇ ਉਹਨਾਂ ਨੇ ਤਕਰੀਬਨ 100 ਯੂਰੋ ਲੈਦਾ ਲਏ ਨੇ। ਬੁੱਕਸ ਅਸੀਂ ਖੁਦ ਦਾਂਗੇ, ਤਕਰੀਬਨ ਸਾਰਾ ਮਟੀਰੀਅਲ ਦਾਂਗੇ, ਅਤੇ ਬਾਕੀ ਹੁਣ ਫੀਸਿਸ ਦੇਖੋ ਕਿਤਨੀ ਆਉਂਦੀ, ਉਹਨੇ ਮੈਨੂੰ ਕਨਫਰਮ ਨਹੀਂ ਕੀਤਾ ਸੀ ਕਿ, ਲੇਕਿਨ ਕਿਹਾ ਸੀ ਕਿ ਅਸੀਂ 3 ਕਿਸ਼ਤਾਂ 'ਚ ਫੀਸ ਲਾਂਗੇ। ਮੇਰੇ ਅੰਦਾਜ਼ੇ ਦੇ ਮੁਤਾਬਕ 200 ਦੇ ਰਾਉਂਡ ਅਬਾਊਟ ਫੀਸ ਹੋਵੇਗੀ ਸਾਲ ਦੀ ਨਾ। ਇਹ ਫੀਸ ਇਸ ਮੱਦ 'ਚ ਲਈ ਜਾਂਦੀ ਹੈ ਕਿ ਤਾਂ ਕਿ ਜਿਹੜਾ ਮਟੀਰੀਅਲ ਬੱਚੇ ਨੇ ਉੱਥੇ ਯੂਜ਼ ਕਰਨਾ ਹੈ, ਜਾਂ ਜਿਹੜਾ ਉਹਨਾਂ ਬੱਚੇ ਨੂੰ ਬਾਹਰ ਲੈ ਕੇ ਜਾਣਾ, ਇਸ 'ਤੇ ਜਿਹੜੇ ਉਹਦੇ ਖਰਚੇ ਆਉਂਦੇ ਨੇ, ਕਾਪੀਆਂ ਦਿੰਦੇ ਨੇ, ਪੈਨਸਲਾਂ ਦਿੰਦੇ ਨੇ, ਰਬੜ ਦਿੰਦੇ ਨੇ, ਇਹ ਜਿਹੜਾ ਮਟੀਰੀਅਲ ਦਾ ਖਰਚਾ ਹੁੰਦਾ ਹੈ ਨਾ, ਇਹ ਉਹ ਸਕੂਲ ਖੁਦ ਕਰਦਾ ਔਰ ਇਸ ਦੀ ਮਦਦ 'ਚ ਤੁਹਾਡੇ ਕੋਲ ਪੈਸੇ ਲੈਂਦੇ ਨੇ। ਬੱਚੀ ਮੇਰੀ ਗਈ ਹੈ ਇਸ ਦਫਾ ਪਹਿਲੀ ਪ੍ਰੀਮੀਅਰ ਵਿੱਚ ਗਈ ਹੈ, ਉਸ ਦਾ ਉਹਨਾਂ ਨੇ ਕਾਪੀਆਂ ਪੈਨਸਲਾਂ ਦਾ ਜਾਂ ਬੁੱਕਾਂ ਦਾ ਤੇ ਉਹਨਾਂ ਨੇ ਕੋਈ ਨਹੀਂ ਮੇਰੇ ਕੋਲ ਲਿਆ ਹਨ, ਲੇਕਿਨ ਉਹਨਾਂ ਨੇ 200 ਯੂਰੋ ਫੀਸ ਸਾਲ ਦੀ ਲਈ ਹੈ। ਠੀਕ ਹੋ ਗਿਆ ਜੀ। ਉਹ ਤੁਸੀਂ ਇਕੱਠੇ ਦੇ ਸਕੋ, ਕਿਸ਼ਤਾਂ ਦੇ ਸਕੋ, ਐਵੇਂ ਓਵਰਆਲ ਲੈਵਲ ਐਵੇਂ, ਯਾਨੀ ਕਿ ਬੱਚੇ ਦੀ ਹਰ ਸਕਿੱਲ ਨੂੰ ਕੋਸ਼ਿਸ਼ ਕਰਦੇ ਨੇ ਕਿ ਉਜਾਗਰ ਕਰਨੀ। ਲੇਕਿਨ ਵਾਲਦੇਨ ਅਗਰ ਇੰਟਰਸਟ ਲੈਣ ਤਾਂ ਤੁਸੀਂ ਹਰ ਚੀਜ਼ ਨੂੰ ਇੰਟਰਸਟ ਲਓ, ਹਰ ਚੀਜ਼ ਨੂੰ ਗੌਰ ਕਰੋ ਤੇ ਫਿਰ ਅੱਗੇ ਫਾਇਦਾ ਹੁੰਦਾ। ਪਾਕਿਸਤਾਨ 'ਚ ਨਾਰਮਲ ਐਜੂਕੇਸ਼ਨ ਲੈਵਲ ਅੱਛਾ ਹੈ, ਲੇਕਿਨ ਹੈ ਕਿ ਬਾਕੀ ਸਕਿੱਲਸ ਦੇ ਉੱਤੇ ਸੋਸ਼ਲ ਲਾਈਫ ਕੀ ਹੋਗੀ, ਬੱਚੇ ਦੀ ਬਾਕੀ ਸਕਿੱਲਸ ਕੀ, ਕਿ ਬੱਚਾ ਕੀ ਕਰਦਾ, ਬੱਚਾ ਕੀ ਨਹੀਂ ਕਰਦਾ, ਇਹ ਫਰਕ ਹੈ। ਦੂਜਾ, ਪਾਕਿਸਤਾਨ ਦੀਆਂ ਟੀਚਰਾਂ ਬਹੁਤ ਜ਼ਿਆਦਾ ਬਦਤਮੀਜ਼ ਨੇ ਹੈ। ਜਿਹੜੇ ਬੱਚੇ ਇੱਥੋਂ ਜਾਂਦੇ ਨੇ ਉਹਨਾਂ ਨੂੰ ਬੜਾ ਫਰਕ ਪੈਂਦਾ ਹੈ ਕਿ ਉਹ ਜਿਸ ਲੈਵਲ ਦੀਆਂ ਉਹ ਗੱਲਾਂ ਕਰਦੀਆਂ ਨੇ, ਜਿਸ ਲੈਵਲ ਦਾ ਉਹ ਬੱਚੇ ਨਾਲ ਕਮਿਊਨੀਕੇਸ਼ਨ ਹੁੰਦੀ ਹੈ, ਝਿੜਕਣਾ ਇਹ ਉਹ, ਬੱਚੇ ਇਸ ਦੇ ਆਦੀ ਨਹੀਂ ਹੁੰਦੇ ਹਨ। ਹੁਣ ਸਾਡੇ ਬੱਚੇ ਇਸ ਚੀਜ਼ ਦੇ ਆਦੀ ਨਹੀਂ ਹਨ, ਕਿਉਂਕਿ ਇੱਥੇ ਬੱਚੇ ਨੂੰ ਝਿੜਕਣਾ ਤੇ ਬਹੁਤ ਹੀ ਦੂਰ ਪਿਆਰ ਨਾਲ ਬਹਿ ਕੇ ਅੱਛੇ ਲੈਵਲ ਨਾਲ ਸਮਝਾਇਆ ਜਾਂਦਾ। ਬਦਤਮੀਜ਼ ਮਤਲਬ ਬੱਚੇ ਨੂੰ ਵੀ ਅੱਛੇ ਲੈਵਲ 'ਤੇ ਪਿਆਰ ਸਮਝਾਇਆ। ਉਸ ਦੀ ਵਜ੍ਹਾ ਹੈ ਕਿ ਇੱਥੇ ਟੀਚਰਾਂ ਦਾ ਲੈਵਲ ਹੈ, ਯਾਨੀ ਕਿ ਜਦੋਂ ਬੱਚਾ ਤੁਹਾਡਾ 3 ਸਾਲ ਦਾ ਹੋਵੇਗਾ, 3 ਤੋਂ 6 ਸਾਲ ਦੇ ਟੀਚਰ ਲੈਦਾ ਹੋਣਗੇ, ਉਹਨਾਂ ਦੀ ਸਪੈਸ਼ਲਾਈਜੇਸ਼ਨ ਇਸ ਚੀਜ਼ 'ਚ ਹੋਵੇਗੀ, ਯਾਨੀ ਕਿ ਉਹ ਬੱਚਿਆਂ ਦੀ ਸਾਈਕਾਲੋਜੀ ਇਸ ਲੈਵਲ ਦੀ ਸਮਝ ਕੇ ਉਹ ਟੀਚਿੰਗ ਕਰਦੇ ਨੇ। ਫਿਰ 1 ਤੋਂ 6 ਵਾਲੇ ਬੱਚੇ, ਪਹਿਲੀ ਤੋਂ 6ਵੀਂ ਤੱਕ ਦੇ ਟੀਚਰ ਲੈਦਾ ਹੋਣਗੇ, ਉਸ ਤੋਂ ਬਾਅਦ ਦੂਸਰੇ ਟੀਚਰ ਲੈਦਾ ਹੋਣਗੇ। ਯਾਨੀ ਕਿ ਉਹਨਾਂ ਦੀ ਉਹ ਪੜ੍ਹੇ ਲਿਖੇ ਇੰਨੇ ਨਹੀਂ ਹੁੰਦੇ, ਲੇਕਿਨ ਉਹ ਪੜ੍ਹੇ ਲਿਖੇ ਹੁੰਦੇ, ਲੇਕਿਨ ਉਹਨਾਂ ਦੀ ਸਕਿੱਲ, ਸਾਈਕੋਲੋਜੀਕਲ ਸਕਿੱਲ ਇਸ ਲੈਵਲ ਦੀ ਹੁੰਦੀ ਹੈ ਕਿ ਅਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ, ਕਿਸ ਤਰ੍ਹਾਂ ਬਹਿ ਕੇ ਕਮਿਊਨੀਕੇਟ ਕਰਨਾ। ਵੀਡੀਓ ਬਹੁਤ ਲੰਮੀ ਹੋਗੀ, ਬਾਕੀ ਜੀਂਦੇ ਵਸਤੇ ਰਹੋ। ਅੱਲਾਹ ਸਭ ਦਾ ਹਾਮੀ ਨਾਸਰ ਰਵੇ। ਅੱਲਾਹ ਹਾਫਿਜ਼।